ਹਾਂਜੀ ਅੱਜ ਦਾ ਸਾਡਾ ਟੌਪਿਕ ਹੈ +1 ਦਾ ਐਨਰਜੀ। ਸੋ ਜਿਨ੍ਹਾਂ ਨੇ ਪ੍ਰੀਵੀਅਸ ਵੀਡੀਓ ਨਹੀਂ ਦੇਖੀ ਉਹ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਰਕ ਦਾ ਤੇ ਵਰਕ ਐਨਰਜੀ ਥਿਊਰਮ ਦਾ, ਤੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਆ। ਠੀਕ ਹੈ ਜੀ। ਸੋ ਐਨਰਜੀ ਦੇਖਦੇ ਆ। ਦ ਐਨਰਜੀ ਆਫ ਏ ਬਾਡੀ ਇਜ਼ ਇਟਸ ਕੈਪੈਸਿਟੀ ਫॉर ਡੂਇੰਗ ਵਰਕ। ਕਿਸੇ ਵੀ ਬਾਡੀ ਦੀ ਵਰਕ ਕਰਨ ਦੀ ਕਪੈਸਿਟੀ ਨੂੰ ਕਹਿੰਦੇ ਐਨਰਜੀ। ਇਟ ਇਜ਼ ਮੈਜਰਡ ਦਾ ਟੋਟਲ ਅਮਾਊਂਟ ਆਫ ਵਰਕ ਡਨ ਦੈਟ ਏ ਬਾਡੀ ਕੈਨ ਡੂ। ਕੋਈ ਵੀ ਬਾਡੀ ਕਿੰਨਾ ਕੰਮ ਕਰ ਸਕਦੀ ਆ, ਇਨ ਟਰਮ ਆਫ ਦੈਟ ਅਸੀਂ ਇਹਨੂੰ ਐਨਰਜੀ ਨੂੰ ਮੈਜਰਮੈਂਟ ਕਰਦੇ ਹਾਂ। ਠੀਕ ਆ। ਤੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੇ ਇਹਦੇ ਯੂਨਿਟ ਹੁੰਦੇ ਆ ਕਿਸੇ ਵੀ ਐਨਰਜੀ ਦੇ, ਕਾਈਨੈਟਿਕ ਐਨਰਜੀ, ਪੋਟੈਂਸ਼ੀਅਲ ਐਨਰਜੀ, ਹੀਟ ਹੋਵੇ, ਉਹ ਸਾਰਿਆਂ ਦੇ ਜਿਹੜੇ ਯੂਨਿਟ ਆ ਨਾ ਉਹ ਵਰਕ ਵਾਲੇ ਹੀ ਹੁੰਦੇ ਆ। ਠੀਕ ਹੈ। ਯੂਨਿਟ ਐਂਡ ਡਾਇਮੈਂਸ਼ਨਸ ਆਫ ਐਨਰਜੀ ਆਰ ਦਾ ਸੇਮ ਐਜ਼ ਦੈਟ ਆਫ ਦਾ ਵਰਕ ਵਾਲੇ ਹੀ ਹੁੰਦੇ ਆ। ਜੋ ਉਹ ਦੇਖ ਲਓ, ਮੈਂ ਦੁਬਾਰਾ ਤੁਹਾਨੂੰ ਦੱਸ ਵੀ ਦਿੰਦਾ ਆ ਕਿ ਡਾਇਮੈਂਸ਼ਨਸ ਕੀ ਹੁੰਦੀਆਂ ਇਹਦੀਆਂ M1 L2 T-2। ਠੀਕ ਹੈ ਜੀ। ਤੇ ਇਹ ਡਾਇਮੈਂਸ਼ਨਸ ਕਿੱਦਾਂ ਕੈਲਕੂਲੇਟ ਕਰਨੀ ਹੈ ਉਹ ਤੁਸੀਂ ਪਲੇਲਿਸਟ ਵਿੱਚ ਦੇਖ ਸਕਦੇ ਆ। ਠੀਕ ਹੈ। ਉਹ ਸਾਰੇ ਪਹਿਲੇ ਯੂਨਿਟ ਜਿਹੜੇ ਪ੍ਰੀਵੀਅਸ ਵੀਡੀਓਜ਼ ਕਰਾਈਆਂ ਉਹਦੇ ਵਿੱਚ ਦੱਸਿਆ ਵੀ ਕਿੱਦਾਂ ਕੈਲਕੂਲੇਟ ਕਰਦੇ ਸਾਰੀਆਂ ਡਾਇਮੈਂਸ਼ਨਸ। ਸੋ ਇਹਦਾ SI ਯੂਨਿਟ ਹੈਗੇ ਆ ਜਾਊਲ। ਠੀਕ ਹੈ। CGS ਯੂਨਿਟ ਉਹੀ ਸੇਮ ਅਰਗ। ਤਾਂ ਹੁਣ ਦੇਖੋ ਨੈਕਸਟ ਕੀ ਆ ਸਾਡੀਆਂ ਫਾਰਮਸ ਆਫ ਐਨਰਜੀ, ਕਿੰਨੀ ਤਰ੍ਹਾਂ ਦੀ ਐਨਰਜੀ ਹੁੰਦੀ ਆ। ਠੀਕ ਹੈ। ਉਹ ਤੋਂ ਪਹਿਲਾਂ ਦੇਖ ਲਓ ਵੀ ਸਾਡਾ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਇਹਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਵੀ ਕਰੋ। ਠੀਕ ਹੈ ਜੀ। ਹੁਣ ਦੇਖਦੇ ਫਾਰਮਸ ਆਫ ਐਨਰਜੀ। ਮਕੈਨੀਕਲ ਐਨਰਜੀ, ਹੀਟ ਐਨਰਜੀ, ਲਾਈਟ ਐਨਰਜੀ, ਸਾਊਂਡ ਐਨਰਜੀ, ਇਲੈਕਟ੍ਰੀਕਲ ਐਨਰਜੀ, ਮੈਗਨੈਟਿਕ, ਕੈਮੀਕਲ, ਨਿਊਕਲੀਅਰ, ਇਹ ਸਾਰੀਆਂ ਐਨਰਜੀ ਦੀਆਂ ਫਾਰਮਸ ਆ। ਠੀਕ ਹੈ। ਤੇ ਹੁਣ ਦੇਖਦੇ ਇਹਦੇ ਵਿੱਚ ਜਿਹੜੀ ਸਾਨੂੰ ਇੱਥੇ ਚਾਹੀਦੀ ਆ ਫਿਜ਼ਿਕਸ ਦੇ ਵਿੱਚ, ਜਿਹੜੀ ਇਸ +1 ਦੇ ਵਿੱਚ ਹੈਗੀ ਆ ਮਕੈਨੀਕਲ ਐਨਰਜੀ। ਮਕੈਨੀਕਲ ਦੇ ਵਿੱਚ ਦੋ ਤਰ੍ਹਾਂ ਦੀ ਐਨਰਜੀ ਸਾਡੇ ਕੋਲ ਆਉਣੀਆਂ ਆ, ਕਾਈਨੈਟਿਕ ਐਨਰਜੀ ਪਲੱਸ ਪੋਟੈਂਸ਼ੀਅਲ ਐਨਰਜੀ। ਦੋਨਾਂ ਦਾ ਸਮ ਕੀ ਆ, ਇੱਕ ਫੁੱਲ ਮਕੈਨੀਕਲ ਐਨਰਜੀ ਹੁੰਦੀ ਆ। ਠੀਕ ਹੈ। ਤਾਂ ਹੁਣ ਦੇਖਦੇ ਹਾਂ ਅੱਗੇ ਕਾਈਨੈਟਿਕ ਐਨਰਜੀ ਦੇ ਬਾਰੇ ਦੇਖਦੇ ਹਾਂ ਵੀ ਕਿੱਦਾਂ ਦਾ ਐਕਸਪ੍ਰੈਸ਼ਨ ਹੈ ਉਹਦਾ। ਕਾਈਨੈਟਿਕ ਐਨਰਜੀ ਦੇਖ ਲਓ ਕੀ ਹੁੰਦੀ ਆ। ਵੈਸੇ ਤਾਂ ਹੁਣ ਕਾਈਨੈਟਿਕ ਦਾ ਕਾਈਨਾਮੈਟਿਕਸ ਦੇ ਵਿੱਚ ਹੁੰਦੀ ਆ ਕਿਸੇ ਵੀ ਬਾਡੀ ਦੀ ਮੂਵੇਬਿਲਿਟੀ ਆਪਾਂ ਕਾਊਂਟ ਕਰਦੇ ਹਾਂ। ਠੀਕ ਹੈ। ਤਾਂ ਉਹ ਕਾਈਨੈਟਿਕ ਐਨਰਜੀ ਦੇ ਵਿੱਚ ਆਉਂਦੀ ਆ। The energy possessed by a body by virtue of its motion is called kinetic energy। ਕਿਸੇ ਬਾਡੀ ਦੇ ਮੋਸ਼ਨ ਦੇ ਕਰਕੇ ਜਿਹੜੀ ਐਨਰਜੀ ਪ੍ਰੋਡਿਊਸ ਹੁੰਦੀ ਆ ਜਾਂ ਐਨਰਜੀ ਬਣਦੀ ਆ ਬਾਈ ਵਰਚੂ ਆਫ ਇਟਸ ਮੋਸ਼ਨ ਦੇ ਨਾਲ ਰਿਲੇਟਡ ਜਿਹੜੀ ਐਨਰਜੀ ਆ ਉਹਨੂੰ ਅਸੀਂ ਕਾਈਨੈਟਿਕ ਐਨਰਜੀ ਕਹਿੰਦੇ ਹਾਂ। ਠੀਕ ਆ। ਤਾਂ ਮੋਸ਼ਨ ਦੀ ਐਨਰਜੀ ਯੂਜ਼ ਕਰਕੇ ਅਸੀਂ ਕਾਫੀ ਸਾਰੀਆਂ ਯੂਜ਼ਫੁਲ ਫਾਰਮਸ ਆਫ ਐਨਰਜੀ ਵਿੱਚ ਕਨਵਰਟ ਕਰ ਸਕਦੇ ਹਾਂ, ਜਿਵੇਂ ਕਿ ਮੂਵਿੰਗ ਵਹੀਕਲ ਪੋਜੈਸਸ ਕਾਈਨੈਟਿਕ ਐਨਰਜੀ। ਕੋਈ ਵੀ ਵਹੀਕਲ ਮੂਵ ਕਰ ਰਿਹਾ ਉਹ ਕਾਈਨੈਟਿਕ ਐਨਰਜੀ ਪ੍ਰੋਸੈਸ ਕਰ ਰਿਹਾ। ਮੂਵਿੰਗ 에ਅਰ ਪ੍ਰੋਸੈਸਸ ਕਾਈਨੈਟਿਕ ਐਨਰਜੀ, ਜਿਹਦੇ ਨਾਲ ਕਿ ਅਸੀਂ ਵਿੰਡ ਮਿਲ ਬਣਾ ਸਕਦੇ ਹਾਂ। ਠੀਕ ਹੈ। ਵਿੰਡ ਮਿਲਸ ਅੱਜ ਕੱਲ੍ਹ ਬਹੁਤ ਜਿਹੜੀਆਂ ਟਰੈਂਡਿੰਗ ਹੋ ਗਈਆਂ, ਕਿਉਂਕਿ ਵਿੰਡ ਤੋਂ ਅਸੀਂ ਐਨਰਜੀ, ਇਲੈਕਟ੍ਰੀਕਲ ਐਨਰਜੀ ਬਣਾ ਸਕਦੇ ਹਾਂ। ਉਹ ਮੋਸ਼ਨ ਹੁੰਦਾ ਹੈ ਅਤੇ ਉਹਦੇ ਨਾਲ ਅਸੀਂ ਐਨਰਜੀ ਬਣਾ ਦਿੰਦੇ ਹਾਂ। ਅਤੇ ਫਲੋਇੰਗ ਵਾਟਰ, ਜਿਹਦੇ ਨਾਲ ਸਾਡੀ ਹਾਈਡਰੋ ਪਾਵਰ, ਜਿਹੜੇ ਜਿੱਦਾਂ ਡੈਮ ਹੋ ਗਿਆ, ਵਾਟਰ ਫਲੋ ਕਰਦਾ ਅਤੇ ਉਹਦੇ ਨਾਲ ਕੀ ਹੁੰਦੀ ਆ, ਵਾਟਰ ਮਿਲ ਹੁੰਦੀ ਹੈ ਇੱਕ, ਅਤੇ ਉਹਦੇ ਨਾਲ ਐਨਰਜੀ ਬਣਦੀ ਹੈ। ਠੀਕ ਹੈ। ਇੱਕ ਕਿਸਮ ਦਾ ਮੋਸ਼ਨ ਇਹ ਹੋ ਗਿਆ ਉਹ ਵੀ। ਮੂਵਿੰਗ ਹੈਮਰ, ਹੁਣ ਕੋਈ ਹੈਮਰ ਮੂਵ ਕਰਦਾ, ਹਥੌੜਾ ਮੂਵ ਕਰਦਾ, ਤਾਂ ਉਹ ਕੀ ਕਰਦਾ ਆ, ਡਰਾਈਵ ਨੇਲਸ ਇਨ ਦਾ ਵੁੱਡ। ਠੀਕ ਹੈ। ਜਿਹੜੀ ਵੁੱਡ ਹੁੰਦੀ, ਲੱਕੜੀ ਹੁੰਦੀ, ਉਹਦੇ ਵਿੱਚ ਕੀ ਕਰਦਾ ਹੈ, ਨੇਲ ਨੂੰ ਡਰਾਈਵ ਕਰ ਦਿੰਦਾ। ਤਾਂ ਉਹਦੀ ਜਦੋਂ ਹਥੌੜਾ ਵੱਜਦਾ ਹੈ ਤਾਂ ਉਹਦੀ ਫੋਰਸ ਇੰਨੀ ਹੁੰਦੀ ਆ ਕਿ ਕਾਈਨੈਟਿਕ ਐਨਰਜੀ ਜਿਹੜੀ ਨੇਲ ਨੂੰ ਮਿਲ ਜਾਂਦੀ, ਅਤੇ ਨੇਲ ਜਿਹੜੀ ਆ ਉਹ ਵੁੱਡ ਦੇ ਵਿੱਚ ਡਰਾਈਵ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਠੀਕ ਹੈ। ਬੁਲਟ ਫਾਇਰਡ, ਹੁਣ ਦੇਖੋ ਜਿਹੜੀ ਬੁਲਟ ਕੀ ਕਰਦੀ ਹੈ, ਜਦੋਂ ਬੁਲਟ ਫਾਇਰ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਕਾਈਨੈਟਿਕ ਐਨਰਜੀ ਹੁੰਦੀ ਆ। ਉਹ ਟਾਰਗੇਟ ਨੂੰ ਪੈਨੀਟਰੇਟ ਕਰ ਦਿੰਦੀ ਹੈ। ਠੀਕ ਹੈ। ਇਸ ਤਰੀਕੇ ਨਾਲ ਸਾਰੀਆਂ ਇਹ ਕਾਈਨੈਟਿਕ ਐਨਰਜੀਜ਼ ਦੀਆਂ ਫਾਰਮਸ ਹੀ ਹੁੰਦੀਆਂ। ਤਾਂ ਹੁਣ ਦੇਖਦੇ ਹਾਂ ਐਕਸਪ੍ਰੈਸ਼ਨ ਫॉर ਕਾਈਨੈਟਿਕ ਐਨਰਜੀ। ਕਾਈਨੈਟਿਕ ਐਨਰਜੀ ਦਾ ਆਪਾਂ ਐਕਸਪ੍ਰੈਸ਼ਨ ਕਿੱਦਾਂ ਬਣਾਉਣਾ ਹੈ। ਠੀਕ ਹੈ। ਇਹਦੇ ਵਿੱਚ ਇੱਕ ਛੋਟੀ ਜਿਹੀ ਡਾਇਗਰਾਮ ਆ। ਡਾਇਗਰਾਮ ਅਸੀਂ ਦੇਖਦੇ ਹਾਂ ਕਿ ਕੀ ਆ। ਇੱਕ ਹੁਣ ਕੋਈ ਵੀ ਬਾਕਸ ਆ, ਰੈਸਟ ਦੇ ਉੱਤੇ ਪਿਆ ਆ। ਠੀਕ ਹੈ। ਇਹਨੂੰ ਹੁਣ ਅਸੀਂ ਕੀ ਕਰਨਾ, ਫੋਰਸ ਇਹਦੇ ਉੱਤੇ ਲਾਉਣੀ ਆ। ਫੋਰਸ ਲੱਗ ਰਹੀ ਹੈ, ਫੋਰਸ ਲੱਗ ਕੇ ਕੀ ਕਰਦਾ, ਇਹ ਦੂਜੀ ਜਗ੍ਹਾ ਦੇ ਉੱਤੇ ਮੂਵ ਹੋ ਜਾਂਦਾ। ਪਹਿਲਾਂ ਪੋਜੀਸ਼ਨ A ਦੇ ਉੱਤੇ ਸੀਗਾ, ਹੁਣ B ਪੋਜੀਸ਼ਨ ਦੇ ਉੱਤੇ ਆ ਗਿਆ। ਬਾਕਸ ਇਹੀ ਆ। ਇਹਨਾਂ ਦੇ ਵਿਚਲਾ ਜਿਹੜਾ ਡਿਸਟੈਂਸ ਆ ਉਹਨੂੰ ਅਸੀਂ S ਮੰਨ ਲੈਂਦੇ ਹਾਂ, S ਡਿਸਟੈਂਸ। ਠੀਕ ਹੈ। ਬਟ ਇਹ ਦੇਖੋ ਹੁਣ ਪਹਿਲਾਂ ਜਿਹੜੇ ਆ ਇਹ ਰੈਸਟ ਪੋਜੀਸ਼ਨ ਦੇ ਉੱਤੇ ਸੀਗਾ, ਯਾਨੀ ਕਿ ਇਹ ਜਿਹੜੀ ਆ ਇਨੀਸ਼ੀਅਲ ਵੈਲੋਸਿਟੀ ਉਹ 0 ਆ। ਹੁਣ ਇਹਦੀ ਕੋਈ ਨਾ ਕੋਈ ਵੈਲੋਸਿਟੀ ਹੋ ਗਈ ਆ, ਕੋਈ ਫਾਈਨਾਈਟ ਵੈਲੋਸਿਟੀ ਹੋ ਗਈ, ਕਿਉਂਕਿ ਇਹਨੂੰ ਹੁਣ ਫੋਰਸ ਲਾ ਕੇ ਅਸੀਂ ਅੱਗੇ ਲੈ ਕੇ ਆਂਦਾ। ਹੁਣ ਇਹ ਜਿਹੜੀ ਬਾਡੀ ਆ, ਬਾਡੀ ਦਾ ਮਾਸ ਹੈਗਾ M। ਇਹਦੀ ਐਕਸਲਰੇਸ਼ਨ ਜਿੱਦਾਂ ਹੁਣ, ਕਿਉਂਕਿ 0 ਤੋਂ ਸਟਾਰਟ ਹੋ ਕੇ ਇਹਨੇ ਕੋਈ ਨਾ ਕੋਈ ਵੈਲੋਸਿਟੀ ਐਕਵਾਇਰ ਕੀਤੀ, ਤਾਂ ਇਹਦੀ ਐਕਸਲਰੇਸ਼ਨ ਵੀ ਕੋਈ ਨਾ ਕੋਈ ਫਾਈਨਾਈਟ ਹੋਊਗੀ। ਠੀਕ ਹੈ। ਤਾਂ ਇਹਦੇ ਉੱਤੇ ਜਿਹੜੀ ਫੋਰਸ ਲੱਗ ਰਹੀ ਆ ਉਹ ਹੈਗੀ F ਫੋਰਸ ਲੱਗ ਰਹੀ ਆ। ਹੁਣ ਦੇਖੋ ਕੀ ਆ, ਕੌਨਸਟੈਂਟ ਫੋਰਸ ਲੱਗ ਰਹੀ ਹੈ, ਇਹ ਵਾਲੀ ਕੌਨਸਟੈਂਟ ਫੋਰਸ ਆ। ਹੁਣ ਇਹਦਾ ਐਕਸਪ੍ਰੈਸ਼ਨ ਦੇਖਦੇ ਆ। F = ਹੁੰਦਾ ਆ ਮਾਸ ਇਨਟੂ ਐਕਸਲਰੇਸ਼ਨ। ਠੀਕ ਹੈ ਜੀ। ਅਤੇ ਨੈਕਸਟ ਹੁਣ ਦੇਖੋ ਇੱਕ ਜਿਹੜੀਆਂ ਆ ਇਕੁਏਸ਼ਨਾਂ ਹੁੰਦੀਆਂ, S = UT + ਹਾਫ d²। ਇਸ ਤਰੀਕੇ ਦੀਆਂ ਜਿਹੜੀਆਂ ਡਿਸਪਲੇਸਮੈਂਟ ਦੀਆਂ ਇਕੁਏਸ਼ਨਸ ਹੁੰਦੀਆਂ, ਉਹਨਾਂ 'ਚ ਇੱਕ ਇਕੁਏਸ਼ਨ ਹੁੰਦੀ ਆ
v ਸਕੁਏਅਰ ਮਾਈਨਸ u ਸਕੁਏਅਰ ਇਜ਼ ਇਕੁਅਲ ਟੂ 2as। ਇਹ ਸਾਡੀਆਂ ਮੋਸ਼ਨ ਦੀਆਂ ਹੀ ਇਕੁਏਸ਼ਨ ਆ, ਠੀਕ ਹੈ। v ਸਕੁਏਅਰ ਮਾਈਨਸ u ਸਕੁਏਅਰ ਇਜ਼ ਇਕੁਅਲ ਟੂ 2as। ਹੁਣ ਦੇਖੋ ਇੱਥੇ ਆਪਾਂ ਕਿਹਾ ਆ ਕਿ ਜਿਹੜੀ ਆ u ਆ ਉਹ ਪਹਿਲਾਂ ਰੈਸਟ ਦੇ ਉੱਤੇ ਆ, ਰੈਸਟ ਦੇ ਉੱਤੇ ਜਿਹੜੀ ਇਨੀਸ਼ੀਅਲ ਵੈਲੋਸਿਟੀ 0 ਹੈ, ਇਸ ਕਰਕੇ ਆ ਜਿਹੜੀ ਚੀਜ਼ ਆ ਇਹ ਤਾਂ 0 ਹੀ ਆ, ਠੀਕ ਹੈ। ਤਾਂ ਹੁਣ ਸਾਡੇ ਕੋਲ ਕੀ ਵੈਲਿਊ ਆ ਕਿ v ਸਕੁਏਅਰ ਇਜ਼ ਇਕੁਅਲ ਟੂ 2as, ਆ ਚੀਜ਼ ਆ ਗਈ ਆ, ਠੀਕ ਹੈ। ਤਾਂ ਹੁਣ ਕੀ ਕਰਦੇ ਆ ਆਪਾਂ, ਐਕਸਲੇਸ਼ਨ ਇੱਕ ਪਾਸੇ ਰਹਿਣ ਦਿੰਦੇ ਆ, ਬਾਕੀ ਚੀਜ਼ਾਂ ਦੂਜੇ ਪਾਸੇ ਲੈ ਜਾਂਦੇ। ਐਕਸਲੇਸ਼ਨ ਇਜ਼ ਇਕੁਅਲ ਟੂ ਕਾਹਦੇ ਆ ਗਿਆ, v ਦਾ ਸਕੁਏਅਰ ਡਿਵਾਈਡ ਬਾਈ 2s, ਆ ਚੀਜ਼ ਆ ਗਈ, ਠੀਕ ਹੈ। ਇਹਨੂੰ ਹੁਣ ਉਲਟਾ ਕਰਕੇ ਲਿਖ ਲਓ ਬੇਸ਼ੱਕ। a ਇਜ਼ ਇਕੁਅਲ ਟੂ ਕੀ ਹੋ ਗਿਆ, v ਦਾ ਸਕੁਏਅਰ ਓਵਰ 2s, ਆ ਸਾਨੂੰ ਚਾਹੀਦੀ ਆ, ਠੀਕ ਹੈ ਜੀ। ਇਹ ਅੱਗੇ ਜਾ ਕੇ ਅਸੀਂ ਯੂਜ਼ ਕਰਨੀ ਆ। ਹੁਣ ਨੈਕਸਟ ਦੇਖਦੇ ਆ ਕਿ ਹੁਣ ਇੱਥੇ ਐਕਸਲੇਸ਼ਨ ਦੀ ਸਾਡੇ ਕੋਲ ਵੈਲਿਊ ਆ ਜਾਂਦੀ, ਇੱਥੇ ਇਹਨੂੰ ਹੁਣ ਫੋਰਸ ਵਿੱਚ ਪੁੱਟ ਕਰ ਦਿਓ। ਫੋਰਸ ਇਜ਼ ਇਕੁਅਲ ਟੂ ਕੀ ਸੀਗਾ, ਮਾਸ ਇੰਟੂ ਐਕਸਲੇਸ਼ਨ। ਹੁਣ ਐਕਸਲੇਸ਼ਨ ਦੀ ਅਸੀਂ ਵੈਲਿਊ ਪਹਿਲਾਂ ਹੀ ਕੈਲਕੂਲੇਟ ਕਰ ਲਈ ਹੈ, ਤੇ ਹੁਣ ਕੀ ਬਣ ਗਈ, m ਇੰਟੂ v ਦਾ ਸਕੁਏਅਰ ਓਵਰ 2s, ਆ ਸਾਡੇ ਕੋਲ ਚੀਜ਼ ਬਣ ਗਈ ਹੈ। ਇਹ ਫੋਰਸ ਦੀ ਵੈਲਿਊ ਸਾਡੇ ਕੋਲ ਕੈਲਕੂਲੇਟ ਹੋ ਗਈ ਹੈ। ਤਾਂ ਹੁਣ ਦੇਖੋ ਅੱਗੇ ਜਾ ਕੇ ਕੀ ਕਰਨੇ ਆਪਾਂ, ਵਰਕ ਜਿਹੜਾ ਆ, ਵਰਕ ਕਿਹਦੇ ਬਰਾਬਰ ਹੁੰਦਾ ਆ, ਵਰਕ ਇਜ਼ ਇਕੁਅਲ ਟੂ ਹੁੰਦਾ ਆ ਫੋਰਸ ਇੰਟੂ ਡਿਸਪਲੇਸਮੈਂਟ, ਠੀਕ ਹੈ। ਤਾਂ ਇੱਥੇ ਹੁਣ ਅਸੀਂ ਕੀ ਕਰਨਾ ਆ, ਫੋਰਸ ਦੀ ਇੱਥੇ ਵੈਲਿਊ ਪੁੱਟ ਕਰ ਦੇਣੀ ਆ ਜਿਹੜੀ ਅਸੀਂ ਪਹਿਲਾਂ ਡਰਾਈਵ ਕੀਤੀ ਆ। ਵਰਕ ਇਜ਼ ਇਕੁਅਲ ਟੂ ਕੀ ਹੋ ਗਿਆ, m v ਦਾ ਸਕੁਏਅਰ ਓਵਰ 2s ਇੰਟੂ s, ਆਹ ਵਾਲਾ ਜਿਹੜਾ ਡਿਸਪਲੇਸਮੈਂਟ ਆ ਗਿਆ। ਹੁਣ s ਨਾਲ s ਕੈਂਸਲ ਹੋ ਗਿਆ, ਵਰਕ ਇਜ਼ ਇਕੁਅਲ ਟੂ ਕੀ ਹੋ ਗਿਆ, 1/2 ਆ ਜਿਹੜਾ ਡਿਵਾਈਡ ਵਿੱਚ 2 ਸੀਗਾ, ਤੇ m v ਦਾ ਸਕੁਏਅਰ, ਆਹ ਚੀਜ਼ ਹੋ ਗਈ ਸਾਡੇ ਕੋਲ ਜੀ। ਇਹ ਜਿਹੜਾ ਵਰਕ ਆ ਕਾਹਦੇ ਬਰਾਬਰ ਹੈ, ਇਹ ਕਾਈਨੈਟਿਕ ਐਨਰਜੀ ਦੇ ਬਰਾਬਰ ਆ ਇਹ ਵਾਲਾ ਵਰਕ। ਤਾਂ ਹੁਣ ਦੇਖੋ ਕਾਈਨੈਟਿਕ ਐਨਰਜੀ ਕਾਹਦੇ ਬਰਾਬਰ ਹੁੰਦੀ ਆ, ਮਾਸ ਆਫ ਦਾ ਆਬਜੈਕਟ ਹਾਫ ਆਫ ਮਾਸ ਆਫ ਦਾ ਆਬਜੈਕਟ ਇਨਟੂ ਵੈਲੋਸਿਟੀ ਜਾਂ ਸਪੀਡ ਦੇ ਸਕੁਏਅਰ ਦੇ ਬਰਾਬਰ, ਠੀਕ ਹੈ। ਆ ਸਾਡੇ ਕੋਲ ਜਿਹੜੀ ਹੁੰਦੀ ਆ ਐਕਸਪ੍ਰੈਸ਼ਨ ਆ। ਤਾਂ ਹੁਣ ਨੈਕਸਟ ਦੇਖਦੇ ਅਸੀਂ ਜਿਹੜਾ ਆ ਕੈਲਕੂਲਸ ਮੈਥਡ ਦੇ ਨਾਲ ਇਹੀ ਐਕਸਪ੍ਰੈਸ਼ਨ ਸੇਮ ਡਰਾਈਵ ਕਰਦੇ, ਕਿਉਂਕਿ ਕਈ ਵੇਲੇ ਪੇਪਰ ਦੇ ਵਿੱਚ ਆ ਸਿੱਧਾ ਐਕਸਪ੍ਰੈਸ਼ਨ ਨਹੀਂ ਆਉਂਦਾ ਤੇ ਕੈਲਕੂਲਸ ਵਾਲਾ ਆ ਜਾਂਦਾ, ਠੀਕ ਹੈ। ਇਹ ਵੀ ਦੋਨੇ ਹੀ ਐਕਸਪ੍ਰੈਸ਼ਨ ਇਕੁਅਲੀ ਹੀ ਇੰਪੋਰਟੈਂਟ ਆ। ਇਹ ਦੇਖੋ ਕੈਲਕੂਲਸ ਮੈਥਡ ਫॉर ਡਰਾਈਵਿੰਗ ਆਪਾਂ ਕਾਈਨੈਟਿਕ ਐਨਰਜੀ ਦਾ ਐਕਸਪ੍ਰੈਸ਼ਨ ਜਿਹੜਾ ਹੁਣ ਕੈਲਕੂਲਸ ਮੈਥਡ ਦੇ ਨਾਲ ਆਪਾਂ ਡਰਾਈਵ ਕਰਨਾ। ਸੋ ਸਭ ਤੋਂ ਪਹਿਲਾਂ ਦੇਖਦੇ ਹਾਂ, ਹੁਣ ਜਦੋਂ ਕੋਈ ਵੀ ਬੋਡੀ ਜਿਹੜੀ ਆ A ਪੋਜੀਸ਼ਨ ਤੋਂ B ਪੋਜੀਸ਼ਨ ਦੇ ਉੱਤੇ ਆਉਂਦੀ, ਸਭ ਤੋਂ ਪਹਿਲਾਂ ਆਪਾਂ ਸਮਾਲ ਅਮਾਊਂਟ ਆਫ ਵਰਕ ਡਨ ਆਪਾਂ ਕੈਲਕੂਲੇਟ ਕਰਨਾ, ਠੀਕ ਹੈ। ਸਮਾਲ ਅਮਾਊਂਟ ਆਫ ਵਰਕ ਡਨ ਕੀ ਹੁੰਦਾ, DW ਇਜ਼ ਇਕੁਅਲ ਟੂ F ਫੋਰਸ ਤਾਂ, ਕਿਉਂਕਿ ਹੁਣ ਫੋਰਸ ਤਾਂ ਸਮਾਲ ਹੋ ਨਹੀਂ ਸਕਦੀ, ਫੋਰਸ ਇੰਟੂ ਡਿਸਟੈਂਸ ਮੂਵ ਜਿਹੜਾ ਉਹ ਸਮਾਲ ਹੋ ਸਕਦਾ ਹੈ, ਠੀਕ ਹੈ। ਫੋਰਸ ਇੰਟੂ ਜਿਹੜਾ ਡਿਸਟੈਂਸ ਮੂਵ ਹੋਇਆ ਉਹ ਸਮਾਲ ਆ। ਹੁਣ ਦੇਖੋ ਫੋਰਸ ਦਾ ਕੀ ਹੁੰਦਾ, ਫੋਰਸ ਇਜ਼ ਇਕੁਅਲ ਟੂ ਮਾਸ ਇੰਟੂ ਐਕਸਲਰੇਸ਼ਨ ਹੁੰਦੀ ਆ, ਠੀਕ ਹੈ। ਤਾਂ ਇੱਥੇ ਪੁੱਟ ਕਰ ਦੇਣਾ DW ਇਜ਼ ਇਕੁਅਲ ਟੂ ਮਾਸ ਇੰਟੂ ਐਕਸਲਰੇਸ਼ਨ ਇੰਟੂ DX। ਹੁਣ ਦੇਖੋ ਪਹਿਲਾਂ ਵੀ ਅਸੀਂ ਐਕਸਲਰੇਸ਼ਨ ਦਾ ਐਕਸਪ੍ਰੈਸ਼ਨ ਕਾਊਂਟ ਕੀਤਾ ਸੀ, ਤੇ ਹੁਣ ਵੀ ਆਪਾਂ ਨੂੰ ਕੈਲਕੂਲੇਟ ਕਰਨਾ ਪੈਣਾ। ਹੁਣ ਦੇਖੋ ਐਕਸਲਰੇਸ਼ਨ ਕਾਹਦੇ ਬਰਾਬਰ ਹੁੰਦੀ ਆ, ਐਕਸਲਰੇਸ਼ਨ ਇਜ਼ ਇਕੁਅਲ ਟੂ ਹੁੰਦੀ ਆ ਚੇਂਜ ਇਨ ਵੈਲੋਸਿਟੀ ਡਿਵਾਈਡ ਬਾਈ ਚੇਂਜ ਇਨ ਟਾਈਮ, ਠੀਕ ਹੈ। ਇਹ ਐਕਸਲਰੇਸ਼ਨ ਦਾ ਇਹ ਜਿਹੜਾ ਐਕਸਪ੍ਰੈਸ਼ਨ ਆ, ਹੁਣ ਇਹਨੂੰ ਤੁਸੀਂ ਕੀ ਕਰੋ, dx ਦੇ ਨਾਲ ਮਲਟੀਪਲਾਈ ਤੇ ਡਿਵਾਈਡ ਕਰ ਦਿਓ, ਸਿਰਫ ਇੰਨਾ ਹੀ ਕਰਨਾ ਆਪਾਂ। ਤਾਂ ਇਹ ਸਾਡੇ ਕੋਲ ਕੀ ਬਣ ਗਿਆ, dv ਓਵਰ, ਹੁਣ ਇਹਨਾਂ ਨੂੰ ਬਸ ਆਪਣੀ ਪੋਜੀਸ਼ਨ ਚੇਂਜ ਕਰ ਲਓ, ਕਿਉਂਕਿ ਮਲਟੀਪਲਾਈ ਵਿੱਚ ਆਪਾਂ ਇੱਦਾਂ ਕਰ ਸਕਦੇ ਹਾਂ, ਠੀਕ ਹੈ। ਡਿਨੋਮੀਨੇਟਰ ਜਿਹੜੇ ਉਹਨਾਂ ਦੀ ਪੋਜੀਸ਼ਨ ਆਪਾਂ ਚੇਂਜ ਕਰਨੀ ਹੈ, ਇਹ ਨਹੀਂ ਪਏ ਉੱਪਰ ਨੀਚੇ ਨਹੀਂ ਕਰਨੇ, ਬਸ ਸਿਰਫ ਸਾਹਮਣੇ ਵਾਲੀ, ਠੀਕ ਹੈ। ਇਹ ਹੋ ਗਿਆ ਆਪਣੇ ਕੋਲ dx ਇੰਟੂ dx ਡਿਵਾਈਡ ਬਾਈ dt, ਸਿਰਫ ਇਹਨਾਂ ਦੀ ਹੀ ਆਪਸ ਵਿੱਚ ਆਪਾਂ ਇੰਟਰਚੇਂਜ ਕੀਤੀ ਹੈ ਪੋਜੀਸ਼ਨ, ਠੀਕ ਹੈ। ਹੁਣ ਦੇਖੋ ਕੀ ਬਣ ਗਿਆ, ਇਹ ਹੁੰਦੀ ਆ ਆਪਣੇ ਕੋਲ, ਇਹ ਹੈਗਾ ਆਪਣੇ ਕੋਲ ਚੇਂਜ ਇਨ ਡਿਸਟੈਂਸ ਡਿਵਾਈਡ ਬਾਈ ਚੇਂਜ ਇਨ ਟਾਈਮ, ਡਿਸਟੈਂਸ ਡਿਵਾਈਡ ਬਾਈ ਟਾਈਮ ਇਹ ਹੁੰਦੀ ਸਾਡੇ ਕੋਲ ਵੈਲੋਸਿਟੀ, ਠੀਕ ਹੈ। ਇਹ ਬਣ ਗਈ ਵੈਲੋਸਿਟੀ। ਐਕਸਲਰੇਸ਼ਨ ਦਾ ਹੁਣ ਐਕਸਪ੍ਰੈਸ਼ਨ ਕੀ ਬਣ ਗਿਆ, dv ਓਵਰ dx ਇੰਟੂ ਵੈਲੋਸਿਟੀ, ਆਹ ਚੀਜ਼ ਬਣ ਗਈ, ਠੀਕ ਹੈ। ਤਾਂ ਇੱਥੇ ਅਸੀਂ ਹੁਣ ਕੀ ਕਰਨਾ, ਐਕਸਲਰੇਸ਼ਨ ਦਾ ਜਿਹੜਾ ਅਸੀਂ ਕੈਲਕੂਲੇਟ ਕੀਤਾ ਤਾਂ ਇੱਥੇ ਪੁੱਟ ਕਰ ਦੇਣਾ ਇਹ। ਤਾਂ ਹੁਣ ਸਾਡੇ ਕੋਲ dw ਇਜ਼ ਇਕੁਅਲ ਟੂ ਆ ਗਿਆ ਮਾਸ ਇੰਟੂ ਜਿਹੜਾ ਐਕਸਲਰੇਸ਼ਨ ਅਸੀਂ ਕਾਊਂਟ ਕੀਤੀ ਆ, ਇਹ ਕੀ ਸੀਗੀ ਆਪਣੇ ਕੋਲ v dv ਬਾਈ dx, ਆ ਮੈਂ v ਜਿਹੜੀ ਅੱਗੇ ਲਿਖ ਲਈ ਆ, ਤੇ ਮਲਟੀਪਲਾਈ, ਹੁਣ ਹੋਰ ਕੀ ਸੀਗਾ dx, ਆ ਸਾਡੇ ਕੋਲ ਐਕਸਪ੍ਰੈਸ਼ਨ ਆ ਗਿਆ, dx ਨਾਲ dx ਕੱਟ ਗਿਆ। ਤਾਂ ਹੁਣ ਕੀ ਬਚਿਆ, dw ਇਜ਼ ਇਕੁਅਲ ਟੂ mv dv। ਹੁਣ ਅਸੀਂ ਹੋਰ ਅੱਗੇ ਕਰਨਾ ਕੀ, ਦਰਅਸਲ ਇਹਨਾਂ ਨੂੰ ਅਸੀਂ ਅੱਗੇ ਇੰਟੀਗ੍ਰੇਟ ਕਰ ਦੇਣਾ,
ਠੀਕ ਹੈ। ਇਸ ਤਰੀਕੇ ਨਾਲ ਇੰਟੀਗ੍ਰੇਟ ਕਰਨਾ ਤੇ ਇੰਟੀਗ੍ਰੇਸ਼ਨ ਹੁਣ ਕਿਉਂਕਿ ਜਿਹੜਾ DW ਜਦੋਂ ਸਮਾਲ ਅਮਾਊਂਟ ਆ ਤੇ ਵਰਕ ਡਨ ਜਦੋਂ ਵੱਡਾ ਹੋ ਜਾਣਾ ਤਾਂ ਇਹ ਤਾਂ ਸਿੱਧਾ ਸਿੱਧਾ ਲਾਰਜ ਅਮਾਊਂਟ ਆਫ ਵਰਕ ਡਨ ਹੋ ਗਿਆ। ਸੋ ਇਹਦੀ ਜਿਹੜੀ ਆ ਇਹ 0 ਤੋਂ ਲੈ ਕੇ v ਤੱਕ ਕੈਲਕੂਲੇਟ ਕਰਨੀ ਕਿਉਂਕਿ ਇਨੀਸ਼ੀਅਲ ਵੈਲੋਸਿਟੀ 0 ਸੀਗੀ ਤਾਂ ਉਹ ਤੋਂ v ਤੱਕ ਇਹ ਗਿਆ ਆ। ਠੀਕ ਹੈ, ਇਹ ਸਾਰੇ ਇਸ ਕਰਕੇ ਇਹਦੀਆਂ ਲਿਮਟਾਂ 0 ਤੋਂ 20 ਤੱਕ ਹੀ ਆਪਾਂ ਲੈ ਕੇ ਜਾਣੀਆਂ। ਸੋ ਇੱਧਰ ਦੇਖ ਲੈਂਦੇ ਕਿਉਂਕਿ ਹੁਣ ਤਾਂ ਇੱਧਰ ਵਰਕ ਡਨ ਜਿਹੜਾ ਸੀ ਉਹ ਤਾਂ ਚੇਂਜ ਹੋ ਗਿਆ, W ਦੇ ਵਿੱਚ ਚੇਂਜ ਹੋ ਗਿਆ। ਲਾਰਜ ਅਮਾਊਂਟ ਆਫ ਵਰਕ ਡਨ ਇਜ਼ ਇਕੁਅਲ ਟੂ ਕਾਹਦੇ ਆ ਗਿਆ 0 ਤੋਂ v m v dv। ਹੁਣ m ਜਿਹੜਾ ਕੌਨਸਟੈਂਟ ਹੈ ਉਹ ਬਾਹਰ ਆ ਜਾਣਾ, ਉਹ ਹੋ ਗਿਆ ਆਪਣੇ ਕੋਲ m 0 ਤੋਂ v v ਇੰਟੂ dv। ਠੀਕ ਹੈ, ਇਹਨੂੰ ਹੁਣ ਜਦੋਂ ਆਪਾਂ ਇੰਟੀਗ੍ਰੇਟ ਕਰਨਾ ਹੈ ਤਾਂ ਇਹਦਾ ਕੀ ਬਣ ਜਾਣਾ ਆਪਣੇ ਕੋਲ n+1 ਡਿਵਾਈਡ ਬਾਈ n+1। ਹੁਣ n ਕੀ ਹੁੰਦੀ ਪਾਵਰ। ਠੀਕ ਹੈ, ਇਹ ਤਾਂ ਹੁਣ ਤੁਹਾਨੂੰ ਜਿਹੜਾ ਮੈਥ ਦੇ ਵਿੱਚ ਫਾਰਮੂਲਾ ਹੁੰਦਾ ਇਹ ਤਾਂ ਬਹੁਤ ਈਜ਼ੀ। ਹੁਣ ਆਪਾਂ 6ਵਾਂ ਚੈਪਟਰ ਕਰਦੇ ਹਾਂ, ਥੋੜ੍ਹੇ ਜਿਹਾ ਫਾਰਮੂਲਾ ਚੇਤੇ ਵੀ ਰੱਖਿਓ। m ਜਦੋਂ ਆਪਾਂ ਜਿਹੜੀ ਡੈਰੀਵੇਸ਼ਨ ਕਰ ਦਿੰਦੇ ਆ ਸੌਰੀ ਇੰਟੀਗ੍ਰੇਸ਼ਨ ਕਰ ਦਿੰਦੇ ਆ v² 2 ਇੰਟੂ 0 ਤੋਂ v ਤੱਕ। ਹੁਣ ਇਹਨੂੰ ਅੱਗੇ ਸਿੰਪਲੀਫਾਈ ਕੀਤਾ ਤਾਂ ਜਿਹੜਾ 1/2 ਬਾਹਰ ਆ ਗਿਆ, ਇੱਥੇ ਰਹਿ ਗਿਆ v² -0 ਜਦੋਂ ਆਪਾਂ ਲਿਮਿਟਸ ਅੰਦਰ ਪੁੱਟ ਕਰ ਦਿੱਤੀਆਂ। ਤਾਂ ਹੁਣ ਨੈਕਸਟ ਕੀ ਬਚਿਆ 1/2 m v²। ਇਹ ਸਾਡੇ ਕੋਲ ਕੀ ਬਚੀ ਆ ਵਰਕ, ਤੇ ਵਰਕ ਕਾਹਦੇ ਬਰਾਬਰ ਇਹ ਕਾਈਨੈਟਿਕ ਐਨਰਜੀ ਦੇ ਬਰਾਬਰ ਆ। ਇਹ ਸੀਗਾ ਸਾਡਾ ਕੈਲਕੂਲਸ ਮੈਥਡ ਇਹਨੂੰ ਪ੍ਰੂਵ ਕਰਨ ਦਾ ਕਿ ਕਾਈਨੈਟਿਕ ਐਨਰਜੀ ਕਾਹਦੇ ਬਰਾਬਰ ਹੁੰਦੀ ਆ ਇਜ਼ ਇਕੁਅਲ ਟੂ 1/2 ਮਾਸ ਇੰਟੂ ਵੈਲੋਸਿਟੀ ਦੇ ਸਕੇਅਰ ਦੇ ਬਰਾਬਰ ਹੁੰਦੀ ਆ। ਠੀਕ ਹੈ, ਤਾਂ ਹੁਣ ਇਹਦੇ ਵਿੱਚ ਕੀ ਸਾਨੂੰ ਪਤਾ ਲੱਗਦਾ ਕਿ ਕਾਈਨੈਟਿਕ ਐਨਰਜੀ ਆਫ ਏ ਬੋਡੀ ਇਜ਼ ਇਕੁਅਲ ਟੂ ਦਾ ਵਰਕ ਡਨ ਔਨ ਏ ਬੋਡੀ ਟੂ ਐਕਸਲਰੇਟ ਇਟ ਫਰੋਮ 0 ਤੋਂ ਲੈ ਕੇ ਜਦੋਂ v ਵੈਲੋਸਿਟੀ ਜਿਹੜੀ ਆ u ਇਜ਼ ਇਕੁਅਲ ਟੂ 0 ਤੋਂ ਲੈ ਕੇ ਕਿਸੇ ਵੀ ਵੈਲੋਸਿਟੀ v ਤੱਕ ਜਦੋਂ ਐਕਸਲਰੇਟ ਕੀਤਾ ਜਾਂਦਾ ਹੈ ਨਾ ਕਿਸੇ ਵੀ ਬੋਡੀ ਨੂੰ, ਤਾਂ ਉਹਨੂੰ ਅਸੀਂ ਕਾਈਨੈਟਿਕ ਐਨਰਜੀ ਕਹਿੰਦੇ ਆ। ਤੇ ਇਹਦੇ ਜਿਹੜੇ SI ਯੂਨਿਟ ਆ ਮੈਂ ਫੇਰ ਦੁਬਾਰਾ ਦੱਸ ਦਿੰਦਾ, ਇਹ ਹੁੰਦੇ ਆਪਣੇ ਕੋਲ ਜਾਊਲ ਕਾਈਨੈਟਿਕ ਐਨਰਜੀ ਦੇ। ਠੀਕ ਹੈ, ਪਹਿਲਾਂ ਆਪਾਂ ਇਕੱਲੇ ਐਨਰਜੀ ਦੇ ਕੀਤੇ ਸੀਗੇ। ਤੇ CGS ਯੂਨਿਟ ਜਿਹੜੇ ਹੁੰਦੇ ਇਹ ਅਰਗ ERG। ਤੇ ਇਹਦਾ ਡਾਇਮੈਂਸ਼ਨ ਫਾਰਮੂਲਾ ਜਿਹੜਾ ਆ, ਡਾਇਮੈਂਸ਼ਨ ਫਾਰਮੂਲਾ ਵੀ ਸੇਮ ਵਰਕ ਵਾਂਗੂ ਹੀ ਆ। ਇਹ ਕੀ ਹੈਗਾ m1l2 ਤੇ t-2। ਠੀਕ ਹੈ ਜੀ, ਇਹ ਜਿੰਨੇ ਵੀ ਵਰਕ ਆ, ਹੀਟ ਆ, ਕੋਈ ਵੀ ਐਨਰਜੀ ਆ, ਕਾਈਨੈਟਿਕ ਪੋਟੈਂਸ਼ੀਅਲ, ਇਹ ਸਾਰਿਆਂ ਦੇ ਜਿਹੜੇ ਆ ਆਹੀ ਯੂਨਿਟ ਹੁੰਦੇ ਆ ਤੇ ਇਹੀ ਡਾਇਮੈਂਸ਼ਨ ਫਾਰਮੂਲਾ ਹੁੰਦਾ ਹੈ। ਸੋ ਥੈਂਕ ਯੂ। ਤੇ ਜਿਹੜੀ ਸਾਡੀ ਆ ਜਿਹੜੇ ਲਿੰਕ ਆ ਪੁਰਾਣੀ ਵੀਡੀਓ ਦਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੇ ਉਹ ਵੀ ਤੁਸੀਂ ਦੇਖ ਸਕਦੇ ਆ। ਤੇ +1 ਦੇ +2 ਦੇ ਹੋਰ ਟੌਪਿਕਸ ਦੇ ਨਾਲ ਰਿਲੇਟਡ ਵੀਡੀਓ ਵੀ ਕਾਫੀ ਸਾਡੇ ਚੈਨਲ ਉੱਤੇ, ਤੋਂ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਆ ਤੇ ਲਾਭ ਲੈ ਸਕਦੇ ਆ। ਥੈਂਕ ਯੂ।